पाल ਨੂੰ ਲੈ ਕੇ ਇੱਕ ਵੱਡੀ ਖਬਰ ਹੈ। ਉਸ ਦੇ ਨਾਲ ਹੀ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਭਗੌੜੇ ਅੰਮ੍ਰਿਤਪਾਲ ਨੂੰ ਲੈ ਕੇ ਜੋ ਆਪਰੇਸ਼ਨ ਚਲਾਇਆ ਜਾ ਰਿਹਾ ਉਸ ਦਾ ਨਾਮ ਰੱਖਿਆ ਗਿਆ OPAP मतलब ऑपरेशन ਅੰਮ੍ਰਿਤਪਾਲ। OPAP ਆਪਰੇਸ਼ਨ ਦੇ ਤਹਿਤ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪੰਜਾਬ ਭਰ ਦੇ ਵਿੱਚ, ਖਾਸ ਤੌਰ ਤੇ ਜਲੰਧਰ ਤੇ ਨਾਲ ਲੱਗਦੇ ਜ਼ਿਲ੍ਹਿਆਂ ਤੇ ਇਲਾਕਿਆਂ ਦੇ ਵਿੱਚ। OPAP ਦੇ ਤਹਿਤ 112 ਸਾਥੀ ਹੁਣ ਤੱਕ ਅੰਮ੍ਰਿਤਪਾਲ ਦੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ OPAP ਕੋਡ ਨੇਮ ਹੈ ਜਿਸ ਦਾ ਮਤਲਬ ਹੈ ਆਪਰੇਸ਼ਨ ਅੰਮ੍ਰਿਤਪਾਲ। ਤੇ ਇਸ ਦੇ ਤਹਿਤ ਹੀ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਕਾਬਿਲੇ ਗੌਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਕੀਤਾ ਗਿਆ ਹੈ। ਤਾਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ, ਪਰ ਅੰਮ੍ਰਿਤਪਾਲ ਨੂੰ ਲੈ ਕੇ ਜੋ ਉਸ ਦੇ ਨਾਲ ਜੁੜੇ ਹੋਏ ਖੁਲਾਸੇ ਨੇ ਉਹ ਲਗਾਤਾਰ ਹੋ ਰਹੇ ਨੇ ਔਰ ਵੱਖ-ਵੱਖ ਤਰ੍ਹਾਂ ਦੇ ਤੱਥ ਨਿਕਲ ਕੇ ਸਾਹਮਣੇ ਏਜੰਸੀਆਂ ਦੇ ਸਾਹਮਣੇ ਆ ਰਹੇ ਨੇ ਜੋ ਬਹੁਤ ਸਾਰੇ ਸਵਾਲ ਖੜੇ ਕਰਦੀਆਂ ਨੇ ਕਿ ਆਖਿਰ ਇਸ ਤਰੀਕੇ ਦੀ ਪਲੈਨਿੰਗ ਕੀਤੀ ਜਾ ਰਹੀ ਸੀ ਅੰਮ੍ਰਿਤਪਾਲ ਦੇ ਵੱਲੋਂ ਕਿ ਅੰਮ੍ਰਿਤਪਾਲ ਦੇ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਸੀ ਕਿ ਅੰਮ੍ਰਿਤਪਾਲ ਦੇ ਵੱਲੋਂ ਕੋਈ ਬਹੁਤ ਵੱਡਾ ਆਪਰੇਸ਼ਨ ਕਰਨ ਦੀ ਜਾਂ ਫਿਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਈ ਵੱਡੀ ਸਾਜ਼ਿਸ਼ ਸੀ। ਕਿਸ ਦੇ ਹੱਥਾਂ ਦੇ ਵਿੱਚ ਅੰਮ੍ਰਿਤਪਾਲ ਖੇਡ ਰਿਹਾ ਸੀ? ਔਰ ਸਵਾਲ ਤਾਂ ਇਹ ਵੀ ਹੈ ਕਿ ਆਖਿਰ ਅੰਮ੍ਰਿਤਪਾਲ ਨੂੰ ਲੈ ਕੇ ਜਿਹੜੇ ਖੁਲਾਸੇ ਹੋ ਰਹੇ ਨੇ ਇਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਕਦੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਏਗਾ? ਕਰੀਬ 48 ਘੰਟੇ ਹੋ ਚੱਲੇ ਨੇ 48 ਘੰਟੇ ਹੋ ਚੱਲੇ ਨੇ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅੰਮ੍ਰਿਤਪਾਲ ਨੂੰ ਲੱਭਦੇ ਹੋਏ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਅੰਮ੍ਰਿਤਪਾਲ ਹੁਣ ਤੱਕ ਨਹੀਂ ਹੱਥ ਆਇਆ। ਇਸ ਸਭ ਦੇ ਵਿਚਾਲੇ ਵੱਡੀਆਂ ਖਬਰਾਂ ਦਾ ਅਸੀਂ ਰੁਖ ਕਰ ਰਹੇ ਹਾਂ। ਭਗੌੜੇ ਅੰਮ੍ਰਿਤਪਾਲ ਦੀ ਭਾਲ ਲਗਾਤਾਰ ਜਾਰੀ ਹੈ, ਹਾਲੇ ਤੱਕ ਨਹੀਂ ਲੱਭਿਆ ਗਿਆ ਅੰਮ੍ਰਿਤਪਾਲ। ਅਗਲੀ ਵੱਡੀ ਖਬਰ ਸਕਰੀਨ ਦੇ ਉੱਤੇ ਆਈ ਹੈ, ਅੰਮ੍ਰਿਤਪਾਲ ਦੇ ਨਾਲ ਜੁੜੀ ਹੋਈ ਹੈ। ਕਿਤੇ ਅੰਮ੍ਰਿਤਪਾਲ ਤੇ NSA ਤਾਂ ਨਹੀਂ ਲਗਾ ਦਿੱਤਾ ਗਿਆ। NSA ਲਗਾਉਣ ਦੇ ਉੱਤੇ ਪੁਲਿਸ ਨੂੰ ਜਾਣਕਾਰੀ ਨਹੀਂ ਦੇਣੀ ਪੈਂਦੀ, ਕਿਸੇ ਨੂੰ ਵੀ ਹਿਰਾਸਤ ਬਾਰੇ ਨਹੀਂ ਦੱਸਿਆ ਜਾਂਦਾ, ਬਿਨਾਂ ਕਾਰਨ ਦੱਸੇ 5 ਦਿਨਾਂ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾ ਸਕਦਾ ਹੈ। ਹੁਣ ਸਵਾਲ ਇਹੀ ਹੈ ਕਿਉਂਕਿ ਲਗਾਤਾਰ ਇਹ ਸਵਾਲ ਉੱਠ ਰਿਹਾ ਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂ ਅੰਮ੍ਰਿਤਪਾਲ ਫਰਾਰ ਹੈ। ਪੁਲਿਸ ਦਾ ਦਾਅਵਾ ਹੈ ਕਿ ਫਰਾਰ ਹੈ। ਹੁਣ ਤੱਕ ਅੰਮ੍ਰਿਤਪਾਲ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ, ਉਸ ਨੂੰ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਕ ਪਾਸੇ ਪੰਜਾਬ ਦੇ ਵਿੱਚ ਇੰਟਰਨੈਟ ਸੇਵਾ ਬੰਦ ਹੈ ਤਾਂ ਦੂਜੇ ਪਾਸੇ ਅੰਮ੍ਰਿਤਪਾਲ ਨੂੰ ਲੈ ਕੇ ਛਾਪੇਮਾਰੀ ਜਾਰੀ ਹੈ। ਇਸ ਸਭ ਦੇ ਵਿਚਾਲੇ ਲੋਕਾਂ ਦੇ ਜ਼ਿਹਨ ਦੇ ਵਿੱਚ ਜਿਹੜੇ ਸਵਾਲ ਉੱਠ ਰਹੇ ਨੇ, ਹਰ ਕਿਸ ਦੇ ਜ਼ਿਹਨ ਦੇ ਵਿੱਚ ਹੈ NSA ਨੂੰ ਲੈ ਕੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਲਗਾਇਆ ਜਾਂਦਾ ਹੈ, ਕਿਤੇ ਅੰਮ੍ਰਿਤਪਾਲ ਦੇ ਉੱਤੇ NSA ਤਾਂ ਨਹੀਂ ਲਗਾ ਦਿੱਤਾ ਗਿਆ। NSA ਲਗਾਉਣ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦੇਣੀ ਪੈਂਦੀ, ਕਿ ਜਾ ਕੇ ਨਹੀਂ ਦੱਸਣਾ ਹੁੰਦਾ। ਆਮ ਤੌਰ ਤੇ ਜੇਕਰ ਪੁਲਿਸ ਕਿਸੇ ਨੂੰ ਗ੍ਰਿਫਤਾਰ ਕਰਦੀ ਹੈ, ਉਸ ਦੀ ਗ੍ਰਿਫਤਾਰੀ ਦਿਖਾਈ ਜਾਂਦੀ ਹੈ ਤਾਂ ਉਸ ਤੋਂ 24 ਘੰਟਿਆਂ ਦੇ ਅੰਦਰ ਅਦਾਲਤ ਦੇ ਸਾਹਮਣੇ, ਕੋਰਟ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। ਅਦਾਲਤ ਜਾਂ ਤਾਂ ਰਿਮਾਂਡ ਦੇ ਉੱਤੇ ਭੇਜ ਦਿੰਦੀ ਹੈ ਜਾਂ ਫਿਰ ਨਿਆਇਕ ਹਿਰਾਸਤ ਦੇ ਵਿੱਚ ਉਸ ਮੁਲਜ਼ਮ ਨੂੰ ਭੇਜ ਦਿੰਦੀ ਹੈ। ਪਰ ਜਦੋਂ NSA ਲਗਾ ਦਿੱਤਾ ਜਾਂਦਾ ਹੈ ਤਾਂ 5 ਦਿਨਾਂ ਤੱਕ ਉਸ ਨੂੰ ਬਿਨਾਂ ਪੇਸ਼ ਕੀਤੇ ਰੱਖਿਆ ਜਾ ਸਕਦਾ ਹੈ। ਜਿਸ ਨੂੰ ਵੀ ਹਿਰਾਸਤ ਕਰ ਲਿਆ ਗਿਆ, ਹਿਰਾਸਤ ਦੇ ਵਿੱਚ ਹੈ, ਤਾਂ NSA ਲੱਗੇ ਹੋਣ ਦੀ ਵਜ੍ਹਾ ਨਾਲ ਜੇਕਰ NSA ਲਗਾਇਆ ਗਿਆ ਤਾਂ ਫਿਰ ਅਦਾਲਤ ਦੇ ਸਾਹਮਣੇ ਜੇਕਰ ਪੇਸ਼ ਨਹੀਂ ਵੀ ਕੀਤਾ ਗਿਆ ਤਾਂ ਉਹ ਕਾਨੂੰਨ ਦੇ ਮੁਤਾਬਿਕ ਹੀ ਹੋਏਗਾ। ਹਿਰਾਸਤ ਦੇ ਵਿੱਚ ਲੈਣ ਤੇ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕਰਨ ਦੀ ਸ਼ਰਤ ਨਹੀਂ ਹੁੰਦੀ। ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਜੇਕਰ ਕਿਸੇ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ 24 ਘੰਟਿਆਂ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ, ਪਰ ਜਦੋਂ NSA ਲੱਗ ਗਿਆ ਤਾਂ ਫਿਰ ਜ਼ਰੂਰਤ ਨਹੀਂ ਹੁੰਦੀ, ਕੋਈ ਵੀ ਕਾਨੂੰਨੀ ਮਦਦ ਨਹੀਂ ਮਿਲਦੀ ਕਰੀਬ 5 ਦਿਨਾਂ ਤੱਕ। NSA ਲੱਗ ਗਿਆ, ਉਸ ਤੋਂ ਬਾਅਦ ਜਿਹੜੇ ਅਧਿਕਾਰ ਹੁੰਦੇ ਨੇ ਇੱਕ ਮੁਲਜ਼ਮ ਦੇ ਉਹ ਲਾਜ਼ਮੀ ਤੌਰ ਤੇ ਰਹਿਣਗੇ, ਪਰ 5 ਦਿਨਾਂ ਤੱਕ ਕੋਈ ਕਾਨੂੰਨੀ ਮਦਦ ਨਹੀਂ ਮਿਲੇਗੀ ਔਰ ਉਸ ਤੋਂ ਬਾਅਦ ਕਰੀਬ 1 ਸਾਲ ਤੱਕ ਤਾਂ ਬਾਹਰ ਆਉਣਾ ਅੰਮ੍ਰਿਤਪਾਲ ਦਾ ਜੇਕਰ NSA ਲੱਗ ਗਿਆ ਤਾਂ ਮੁਸ਼ਕਿਲ ਨਜ਼ਰ ਆਉਂਦਾ ਹੈ। ਤਾਂ ਖਾਸ ਸਥਿਤੀ ਦੇ ਵਿੱਚ 15 ਦਿਨਾਂ ਤੱਕ ਕਾਰਨ ਨਹੀਂ ਦੱਸਿਆ ਜਾਂਦਾ ਤਾਂ ਕਿ ਉਹ ਵੈਸੀ ਸਥਿਤੀ ਹੋ ਸਕਦੀ ਹੈ। ਤਾਂ ਜੇਕਰ NSA ਲਗਾ ਦਿੱਤਾ ਗਿਆ ਤਾਂ ਹੋ ਸਕਦਾ ਕਿ ਅਗਲੇ 10 ਦਿਨ ਵੀ ਅੰਮ੍ਰਿਤਪਾਲ ਬਾਰੇ ਕੋਈ ਜਾਣਕਾਰੀ ਨਾ ਦਿੱਤੀ ਜਾਵੇ। ਹਿਰਾਸਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ, 5 ਦਿਨਾਂ ਤੱਕ ਨਹੀਂ ਦਿੱਤੀ ਜਾਂਦੀ। ਬਹੁਤ ਕੋਈ ਸਪੈਸ਼ਲ ਕੇਸ ਹੋਵੇ ਤਾਂ ਉਸ ਦੇ ਵਿੱਚ 15 ਦਿਨਾਂ ਤੱਕ ਵੀ ਜੇਕਰ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਉਹ ਵੀ ਕਾਨੂੰਨ ਦੇ ਮੁਤਾਬਿਕ ਹੀ ਹੋਵੇਗਾ। ਕਿਸੇ ਵੀ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਜਿਹੜੇ ਸਮਰਥਕ ਨੇ ਅੰਮ੍ਰਿਤਪਾਲ ਦੇ, ਇਮਾਨ ਸਿੰਘ ਖਾਰਾ, ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਜ਼ਰੂਰ ਲਗਾ ਦਿੱਤੀ ਗਈ ਹੈ ਜਿਸ ਨੂੰ ਹੈਬੀਅਸ ਕਾਰਪਸ ਕਿਹਾ ਜਾਂਦਾ ਹੈ ਤੇ ਉਸ ਦੇ ਮੁਤਾਬਿਕ ਹੁੰਦਾ ਹੈ ਕਿ ਜਿਹੜਾ ਮੁਲਜ਼ਮ ਹੈ ਉਸ ਨੂੰ ਪੇਸ਼ ਕੀਤਾ ਜਾਵੇ। ਉਸ ਦੇ ਉੱਤੇ ਮੰਗਲਵਾਰ ਨੂੰ ਸੁਣਵਾਈ ਹੋਣੀ ਹੈ। ਦੇਸ਼ ਦੇ ਸਭ ਤੋਂ ਸਖਤ ਕਾਨੂੰਨਾਂ ਦੇ ਵਿੱਚੋਂ ਇੱਕ ਕਰਕੇ ਪੁਆਇੰਟ ਤੁਹਾਨੂੰ ਦੱਸ ਰਹੇ ਹਾਂ ਕਿ NSA ਨੂੰ ਥੋੜਾ ਜਿਹਾ ਸਮਝਣ ਦੇ ਵਿੱਚ ਸਾਨੂੰ ਆਸਾਨੀ ਹੋਵੇ, ਬਿਨਾਂ ਦੱਸੇ ਪੁਲਿਸ ਹਿਰਾਸਤ ਦੇ ਵਿੱਚ ਲੈ ਸਕਦੀ ਹੈ। ਦੇਸ਼ ਦਾ ਸਭ ਤੋਂ ਸਖਤ ਕਾਨੂੰਨ ਇਹ ਕਹਿੰਦਾ ਹੈ ਕਿਉਂਕਿ ਜੇਕਰ ਦੇਸ਼ ਦੀ ਅਮਨ ਸ਼ਾਂਤੀ ਨੂੰ, ਸਮਾਜ ਦੀ ਅਮਨ ਸ਼ਾਂਤੀ ਨੂੰ, ਸੋਸਾਇਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਣ ਦਾ ਖਦਸ਼ਾ ਪੁਲਿਸ ਨੂੰ, ਸਰਕਾਰ ਨੂੰ, ਪ੍ਰਸ਼ਾਸਨ ਨੂੰ, DC ਨੂੰ ਨਜ਼ਰ ਆਉਂਦਾ ਹੈ ਤਾਂ ਉਸ ਦੀ ਵਜ੍ਹਾ ਦੇ ਨਾਲ ਇਹ NSA ਵਾਲਾ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਕਾਨੂੰਨ। ਤਾਂ ਆਪਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਅੰਮ੍ਰਿਤਪਾਲ ਦੇ ਉੱਤੇ NSA ਤਾਂ ਨਹੀਂ ਲਗਾ ਦਿੱਤਾ ਗਿਆ। ਇਹ ਸਵਾਲ ਇਸ ਕਰਕੇ ਉੱਠ ਰਹੇ ਨੇ ਕਿਉਂਕਿ ਲਗਾਤਾਰ ਜੋ ਜ਼ਿਕਰ ਹੋ ਰਿਹਾ ਹੈ ਕਿ ਅੰਮ੍ਰਿਤਪਾਲ ਫਰਾਰ ਕਿਵੇਂ ਹੋ ਗਿਆ। ਜੇਕਰ ਅੰਮ੍ਰਿਤਪਾਲ ਦੀਆਂ 5-6 ਗੱਡੀਆਂ ਸੀ ਤੇ ਉਸ ਦੇ ਪਿੱਛੇ ਪੁਲਿਸ ਦੀਆਂ 100 ਗੱਡੀਆਂ ਸੀ ਤਾਂ ਫਿਰ ਅੰਮ੍ਰਿਤਪਾਲ ਕਿਵੇਂ ਫਰਾਰ ਹੋ ਸਕਦਾ ਹੈ?
ਇਹ ਉਸਦੇ ਮਾਪੇ ਵੀ ਸਵਾਲ ਚੁੱਕ ਰਹੇ ਨੇ। ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਇਹ ਸਵਾਲ ਆਉਂਦਾ ਹੈ ਕਿ ਪੁਲਿਸ ਜਦੋਂ ਇੰਨੀ ਮੁਸਤੈਦੀ ਦੇ ਨਾਲ ਕਿਸੇ ਨੂੰ ਕਾਬੂ ਕਰਨ ਦੇ ਲਈ ਗਈ ਹੋਵੇ ਤੇ ਉੱਥੋਂ ਮੁਲਜ਼ਮ ਭੱਜ ਜਾਵੇ, ਕਿ ਵਾਕਈ ਹੀ ਇਹ ਮੁਮਕਿਨ ਹੋ ਸਕਦਾ ਹੈ? ਖੈਰ, ਮੁਮਕਿਨ ਤਾਂ ਲਾਜ਼ਮੀ ਤੌਰ ਤੇ ਹੋ ਸਕਦਾ ਹੈ, ਪਰ ਬਹੁਤ ਘੱਟ ਚਾਂਸਸ ਉਸਦੇ ਹੁੰਦੇ ਨੇ। ਤਾਂ ਇੱਥੇ ਵੀ ਉਹੀ ਚੀਜ਼ ਨਜ਼ਰ ਆ ਰਹੀ ਹੈ ਕਿ ਮੁਮਕਿਨ ਤਾਂ ਲਾਜ਼ਮੀ ਤੌਰ ਤੇ ਹੋ ਸਕਦਾ, ਮੁਮਕਿਨ ਤਾਂ ਕੁਝ ਵੀ ਹੈ, ਪਰ ਦੂਜੇ ਪਾਸੇ ਚਾਂਸਸ ਘੱਟ ਨਜ਼ਰ ਆਉਂਦੇ ਨੇ ਕਿ ਉੱਥੋਂ ਭੱਜ ਗਿਆ ਹੋਵੇ। ਖੈਰ, ਪੁਲਿਸ ਹੁਣ ਤੱਕ ਕਹਿ ਰਹੀ ਹੈ ਕਿ ਗ੍ਰਿਫਤਾਰੀ ਨਹੀਂ ਹੋਈ ਅੰਮ੍ਰਿਤਪਾਲ ਦੀ। ਤਾਂ ਕੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ NSA ਦੇ ਤਹਿਤ ਕਰ ਲਈ ਗਈ, ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ? ਬਹੁਤ ਸਾਰੇ ਵੱਡੇ ਸਵਾਲ ਨੇ। ਸਦਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਉਮੇਸ਼ ਸ਼ਰਮਾ। ਉਮੇਸ਼, ਕੀ ਕੁਝ ਤੁਹਾਡੇ ਕੋਲ ਜਾਣਕਾਰੀ? देखो NSA समझण ਦੀ ਲੋੜ ਹੈ ਕਿਉਂਕਿ ਪੁਰਾਣਾ ਐਕਟ ਹੈ ਔਰ ਇਹਦੇ ਵਿੱਚ ਸੋਧ ਵੀ ਹੋਈ ਹੈ। ਜੇ ਆਪਾਂ ਗੱਲ ਕਰੀਏ, ਆਪਾਂ ਹੁਣ ਇੱਕ ਕਾਨੂੰਨ ਦੇ ਮਾਹਰ ਹੈ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ, ਜਿਨ੍ਹਾਂ ਨੇ NSA ਤੇ ਕਈ ਕੇਸ ਵੀ ਲੜੇ ਹੋਏ ਨੇ। ਉਹਨਾਂ ਦਾ ਕਹਿਣਾ ਕਿ NSA ਰਾਜ ਸਰਕਾਰ ਯਾਨੀ ਕਿ ਸੂਬੇ ਦੀ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਇਹ ਲੱਗਦਾ ਹੈ ਕਿ ਕੋਈ ਫਲਾਣੇ ਵਿਅਕਤੀ ਦੀ ਗਤੀਵਿਧੀਆਂ ਉਸ ਸੂਬੇ ਦੇ ਖਿਲਾਫ, ਦੇਸ਼ ਦੇ ਖਿਲਾਫ, ਉਹਦੀ ਕੋਈ ਵੀ ਐਕਟੀਵਿਟੀ ਐਦਾਂ ਦੀ ਹੈਗੀ ਹੈ, ਉਸ ਤੇ NSA ਲੱਗ ਸਕਦਾ ਹੈ। ਤਾਂ ਇਹ ਗੱਲ ਹੈ ਕਿ ਅੰਮ੍ਰਿਤਪਾਲ ਦੇ ਖਿਲਾਫ NSA ਲੱਗਿਆ। ਜੇ ਅੰਮ੍ਰਿਤਪਾਲ ਦੇ ਖਿਲਾਫ NSA ਲੱਗਿਆ ਹੈ ਤਾਂ ਉਸ ਤੋਂ ਬਾਅਦ ਉਹਦੀ ਮੁਸ਼ਕਿਲਾਂ ਜਿਹੜੀਆਂ ਉਹ ਵੱਧ ਨਹੀਂ ਜਾਣਗੀਆਂ, ਕਾਫੀ ਵੱਧ ਜਾਣਗੀਆਂ, ਕਿਉਂਕਿ NSA ਲੱਗਣ ਤੋਂ ਬਾਅਦ ਦਾ ਜਿਹੜਾ ਕਾਨੂੰਨੀ ਦਾਅ ਪੇਚ ਹੈ ਗੌਰਵ, ਉਹ ਇੱਕ ਵੱਖਰੇ ਲੈਵਲ ਦੀ ਇੱਕ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਸ਼ੁਰੂਆਤ ਦੇ 3 ਮਹੀਨੇ ਦਾ ਕੋਈ ਜ਼ਮਾਨਤ ਦਾ ਵੀ ਕੋਈ ਪ੍ਰਾਵਧਾਨ ਨਹੀਂ। ਉਸ ਤੋਂ ਬਾਅਦ ਐਡਵਾਈਜ਼ਰੀ ਬੋਰਡ 'ਚ ਜਾ ਕੇ ਇਹ ਡਿਸਾਈਡ ਹੁੰਦਾ ਹੈ ਕਿ ਕਿਆ ਇਹ ਜਿਹੜਾ ਇਹਦੀ ਕਾਰਵਾਈ ਜਿਹੜੀ ਹੈਗੀ ਹੈ ਉਹ ਰਿਟਾਇਰਡ ਜਸਟਿਸ ਕਰਨਗੇ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਕਰਨਗੇ, ਉਹ ਵੀ ਸੂਬਾ ਸਰਕਾਰ ਔਰ ਜੁਡੀਸ਼ਰੀ ਦੇ ਵਿੱਚ ਇੱਕ ਪ੍ਰਕਿਰਿਆ ਚੱਲਦੀ ਹੈ। ਉਸ ਤੋਂ ਬਾਅਦ ਜੇ NSA ਲੱਗਦਾ, ਪਰਿਵਾਰ ਦੇ ਕਿਸੇ ਸਦੱਸਿਆ ਨੂੰ ਸੂਚਿਤ ਕਰਨਾ ਪੈਂਦਾ ਹੈ। ਜ਼ਮਾਨਤ ਦਾ ਜਿਹੜਾ ਹੈਗਾ ਉਹ ਇਹ ਨਹੀਂ ਕਿ ਪਟੀਸ਼ਨ ਲਾਤੀ ਔਰ ਸੁਣਵਾਈ ਹੋ ਗਈ, ਨਹੀਂ। NSA ਮਤਲਬ ਨੈਸ਼ਨਲ ਸਿਕਿਉਰਿਟੀ ਐਕਟ 1980 ਦੇ ਕਰੀਬ ਬਣਿਆ ਸੀਗਾ, 84 ਵਿੱਚ ਸੋਧ ਹੋਈ ਹੈ ਔਰ ਜਿਸ ਤੇ ਵੀ ਇਹ ਲੱਗਦਾ ਹੈ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰ ਕਈ ਜਿਹੜੇ ਔਰ ਇਹਦੇ ਵੱਖ-ਵੱਖ ਅੱਗੇ ਸੈਕਸ਼ਨ ਵੀ ਹੁੰਦੇ ਆ ਕਿ ਕਿਸ ਸੈਕਸ਼ਨ ਇਹ ਹੈ 3 ਲੱਗਦਾ ਹੈ, ਜਿਹੜਾ ਲੱਗਦਾ ਡਿਟੇਨ ਕਰ ਸਕਦੀ ਹੈ। ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਦੱਸਣ ਦੀ ਵੀ ਲੋੜ ਨਹੀਂ ਕਿ ਚੱਕ ਕੇ ਲੈ ਗਏ ਜੇ ਕੁਛ ਹੈ, ਸਿੱਧਾ NSA ਲੱਗਦਾ ਤਾਂ ਏਜੰਸੀਆਂ ਚੱਕ ਕੇ ਲੈ ਜਾਂਦੀਆਂ ਨੇ ਔਰ ਕੋਈ ਤੁਸੀਂ ਉਹ ਨਹੀਂ ਕਹਿ ਸਕਦੇ ਹਾਂ ਹੈਬੀਅਸ ਕਾਰਪਸ ਪੈ ਸਕਦੀ ਹੈ, ਲੇਕਿਨ ਜਦ ਤੱਕ ਪਤਾ ਨਹੀਂ ਚੱਲੇ, ਕਿਉਂਕਿ ਹਲੇ ਫਿਲਹਾਲ ਜਿਹੜੀ ਸਿਚੁਏਸ਼ਨ ਇਹ ਹੈ ਕਿ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹ ਭਗੌੜਾ ਹੈ, ਗ੍ਰਿਫਤਾਰੀ ਨਹੀਂ ਹੋਈ। ਹਾਈ ਕੋਰਟ ਵਿੱਚ ਜਿਹੜੀ ਪਟੀਸ਼ਨ ਆਈ ਉਹ ਹੈਬੀਅਸ ਕਾਰਪਸ ਦੀ ਸੀ, ਲੇਕਿਨ ਉਸ ਕਰਕੇ ਜੋ ਵਾਰੰਟ ਅਫਸਰ ਨਹੀਂ ਨਿਯੁਕਤ ਹੋਇਆ, ਕਿਉਂਕਿ ਸਰਕਾਰ ਨੇ ਸਾਫ਼ ਕਿਹਾ ਕਿ ਹਲੇ ਜਦ ਅਰੈਸਟ ਹੀ ਨਹੀਂ ਹੈ ਤਾਂ ਅਸੀਂ ਕਿਸ ਗੱਲ ਆਪਾਂ ਅਰੈਸਟ ਹੀ ਨਹੀਂ ਹੈ ਤਾਂ ਕਿਸ ਗੱਲ ਦਾ ਵਾਰੰਟ ਅਫਸਰ। ਇਸੇ ਕਰਕੇ ਕੱਲ ਸੁਣਵਾਈ ਹੋਣੀ ਹੈ, ਕੱਲ ਜਵਾਬ ਦੇ ਜਾਏਗਾ। ਲੇਕਿਨ NSA ਦੀ ਜਿੱਥੇ ਦੀ ਗੱਲ ਹੈ, ਵੱਖ-ਵੱਖ ਸੈਕਸ਼ਨ ਨੇ ਔਰ ਜੇ NSA ਲੱਗ ਜਾਂਦਾ ਤਾਂ ਬਹੁਤ ਮੁਸ਼ਕਿਲਾਂ ਵੱਧ ਜਾਣਗੀਆਂ ਅੰਮ੍ਰਿਤਪਾਲ ਸਿੰਘ ਦੀਆਂ। ਜੀ ਠੀਕ ਹੈ, ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ NSA ਲਗਾਇਆ ਵੀ ਗਿਆ ਉਮੇਸ਼, ਤਾਂ ਫਿਰ ਪਰਿਵਾਰ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਜਾਂ 5 ਦਿਨ ਤੱਕ ਜਾਣਕਾਰੀ ਨਹੀਂ ਦਿੱਤੀ ਜਾਂਦੀ? ਨਹੀਂ, ਦੇਖੋ ਜਦੋਂ NSA ਲੱਗਦਾ ਤਾਂ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਐਦਾਂ ਨਹੀਂ ਕਿ ਨਾਲੇ ਚੱਕਿਆ ਤੇ 1-2 ਦਿਨ ਬਾਅਦ, ਉਹ ਏਜੰਸੀਆਂ ਦੇ ਉੱਪਰ ਡਿਪੈਂਡ ਹੈ ਕਿ ਕਿੰਨੇ ਦਿਨ ਦੇ ਅੰਦਰ, ਕਿਉਂਕਿ ਪ੍ਰੋਸੀਜਰ ਤਾਂ ਇੱਕ ਕਹਿੰਦੇ ਵੀ ਹਫ਼ਤੇ ਦੇ ਅੰਦਰ ਹੈ ਜਾਂ ਸੂਚਿਤ ਕਰੋ ਨਾ ਪਰਿਵਾਰ ਦੇ ਕਿਸੇ ਮੈਂਬਰ ਨੂੰ। ਲੇਕਿਨ NSA ਐਕਟ ਲਾਉਣ ਦੀ ਜਿਹੜੀ ਪ੍ਰਕਿਰਿਆ ਹੈ, ਕਿਉਂਕਿ ਇੱਕ ਪੂਰਾ NSA ਲਾਉਣ ਦਾ ਪ੍ਰੋਸੀਜਰ ਵੀ ਹੁੰਦਾ ਹੈ ਕਿ ਇਸ ਇਨਸਾਨ ਦੇ ਉੱਤੇ NSA ਕਿਉਂ ਲੱਗ ਰਿਹਾ, ਸਾਨੂੰ ਇਹ ਖਦਸ਼ਾ ਸੀ, ਇਹ ਚੀਜ਼ਾਂ ਸੀਗੀਆਂ। ਇੱਕ ਨੋਟੀਫਿਕੇਸ਼ਨ ਜਿੱਦਾਂ ਪ੍ਰੋਪਰ ਜਾਂਦਾ, ਇੱਕ ਫਾਰਮ ਭਰਿਆ ਜਾਂਦਾ ਹੈ, ਕਾਨੂੰਨ ਦੇ ਮੁਤਾਬਿਕ ਸਾਰੀ ਪ੍ਰੋਸੀਜਰ ਹੁੰਦਾ। ਮੈਂਬਰ ਨੂੰ ਤਾਂ ਨੈਚੁਰਲੀ ਸੂਚਿਤ ਕਰਨਾ ਹੁੰਦਾ, ਲੇਕਿਨ ਉਹ ਕਿੰਨੇ ਦਿਨਾਂ 'ਚ ਹੈ, ਕਿਉਂਕਿ ਵੱਖ-ਵੱਖ ਜਿਹੜੇ ਐਕਸਪਰਟ ਨੇ, ਲੀਗਲ ਐਕਸਪਰਟ, ਕਿਉਂਕਿ ਕਾਨੂੰਨ ਕਾਫੀ ਪੁਰਾਣਾ, ਜਿਹੜੇ ਇਹਦੇ ਕਾਫੀ ਘੱਟ ਐਕਸਪਰਟ ਨੇ, ਕਿਉਂਕਿ ਹਰ ਕੋਈ NSA ਐਕਟ ਦਾ ਜਾਣਕਾਰ ਵੀ ਨਹੀਂ ਹੈ ਗੌਰਵ। ਤਾਂ ਇਹ ਜ਼ਰੂਰ ਹੈ ਕਿ ਪਰਿਵਾਰ ਨੂੰ ਕਰਨਾ ਜ਼ਰੂਰ ਪੈਂਦਾ ਸੂਚਿਤ, ਕਿੰਨੇ ਦਿਨਾਂ 'ਚ, 5 ਦਿਨਾਂ 'ਚ, 6 ਦਿਨਾਂ 'ਚ, ਉਹ ਲੈ ਕੇ ਵੱਖ-ਵੱਖ ਧਾਰਨਾਵਾਂ ਨੇ। ਠੀਕ ਹੈ ਉਮੇਸ਼, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤੇ NSA ਨੂੰ ਲੈ ਕੇ ਇਸ ਸਮੇਂ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਜੇਕਰ NSA ਲਗਾ ਦਿੱਤਾ ਗਿਆ ਅੰਮ੍ਰਿਤਪਾਲ ਦੇ ਉੱਤੇ ਤਾਂ ਮੁਸ਼ਕਲਾਂ ਤਾਂ ਅੰਮ੍ਰਿਤਪਾਲ ਦੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ। ਅੰਮ੍ਰਿਤਪਾਲ ਉੱਥੋਂ ਭੱਜਿਆ ਕਿਉਂ, ਇੱਕ ਵੱਡਾ ਸਵਾਲ ਹੈ। ਪੁਲਿਸ ਤੋਂ ਭੱਜਦਾ ਕਿਉਂ ਰਿਹਾ, ਇਹ ਵੀ ਇੱਕ ਵੱਡਾ ਸਵਾਲ ਹੈ। ਤੇ ਇਸ ਸਭ ਦੇ ਵਿਚਾਲੇ ਸਵਾਲ ਤਾਂ ਇਹ ਵੀ ਹੈ ਕਿ ਅੰਮ੍ਰਿਤਪਾਲ गिरफ्तार हो गया या अमृतपाल फरार हो गया। पुलिस कह रही है फरार हो गया, परिवार कह रहा है गिरफ्तार हो गया। तो इस सब दे विचाले NSA वाली भी एक पूरी थ्योरी इस समय खूब चर्चा दे विच है। सुणवाउने तुहानू नवकिरण सिंह सीनियर एडवोकेट ने उन्हां दे नाल गलबात कीती है साडे सहयोगी उमेश शर्मा ने। वो की कुछ कह रहे हैं इस पूरे मामले उत्ते। देखो जी, ये एक्ट है प्रिवेंटिव डिटेंशन एक्ट। सपोज तुहाडे ते कोई केस नहीं भी हैगा, सेंट्रल गवर्नमेंट या स्टेट गवर्नमेंट नूं ये लगदा है भी तुहाडे जिहड़े एक्शनस हैगे ने वो कल नूं जिहड़ा हैगा लॉ एंड ऑर्डर सिचुएशन दे कर सकते हैं, सिक्योरिटी ऑफ द नेशन नूं खतरा पै सकदा है या कोई टैररिस्ट एक्टिविटी विच तुसीं इनवॉल्व होए। सो बिना परचे दर्ज कीते यह कानून बनाया जा सकता है। 1 साल तक बंदे नूं अंदर रखिया जा सकता है, पर 3 महीने तो बाद जो ऑर्डर सपोज पास होंदा है वो 3 महीने दे विच उस ऑर्डर नूं कन्फर्म कराना पैंदा है
ਇੱਕ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ 3 ਮੈਂਬਰੀ ਬੋਰਡ ਹੁੰਦਾ ਜਿਹਨੂੰ ਐਡਵਾਈਜ਼ਰੀ ਬੋਰਡ ਕਹਿੰਦੇ, ਹੈਡ ਕਰਦਾ ਹੈ ਹਾਈ ਕੋਰਟ ਦਾ ਜੱਜ ਰਿਟਾਇਰਡ ਜਾਂ ਹਾਈ ਕੋਰਟ ਦਾ ਪ੍ਰੈਜ਼ੈਂਟ ਜੱਜ। ਸੋ 3 ਮਹੀਨੇ ਤੱਕ ਤਾਂ ਕੋਈ ਸੁਣਵਾਈ ਨਹੀਂ ਹੈ। ਉਸ ਤੋਂ ਪਹਿਲੇ ਜਿਹੜਾ ਬੰਦਾ ਅੰਦਰ ਗਿਆ ਉਹ ਰਿਪਰੈਜ਼ੈਂਟੇਸ਼ਨ ਕਰ ਸਕਦਾ, ਉਹ ਵੀ ਰਿਪਰੈਜ਼ੈਂਟੇਸ਼ਨ ਐਡਵਾਈਜ਼ਰੀ ਬੋਰਡ ਦੇ ਅੱਗੇ ਹੀ ਪੇਸ਼ ਕੀਤੀ ਜਾਏਗੀ। ਸੋ ਕਹਿਣ ਦਾ ਮਤਲਬ ਹੈ ਕਿ 3 ਮਹੀਨੇ ਤੱਕ ਉਹ ਬੰਦੇ ਦੀ ਕੋਈ ਅਪੀਲ ਦਲੀਲ ਨਹੀਂ ਹੈ, ਪਰ ਐਡਵਾਈਜ਼ਰੀ ਬੋਰਡ ਦੇ ਅੱਗੇ ਉਹਨੂੰ ਪਰਸਨਲੀ ਜੇ ਉਹ ਮੈਂ ਕਵੇ ਕਿ ਮੈਨੂੰ ਸੁਣੋ ਤੇ ਉਹਨੂੰ ਪੇਸ਼ ਕਰਨਾ ਪਵੇਗਾ। ਇੱਕ ਤੈਅ ਪ੍ਰਾਵਧਾਨ ਹੈਗਾ। ਇਹ ਐਡਵਾਈਜ਼ਰੀ ਬੋਰਡ ਹਾਈ ਕੋਰਟ, ਐਡਵਾਈਜ਼ਰੀ ਬੋਰਡ ਹਾਈ ਕੋਰਟ ਵੀ ਹੋ ਸਕਦਾ ਹੈ। ਕਿਸੇ ਜ਼ਮਾਨੇ ਵਿੱਚ 1988 'ਚ ਮੈਂ ਬੜੇ ਕੇਸ ਕੀਤੇ ਨੇ, ਉਹਦੇ ਐਡਵਾਈਜ਼ਰੀ ਬੋਰਡ ਇੱਕ ਰਿਟਾਇਰਡ ਹਾਈ ਕੋਰਟ ਦੇ ਜੱਜ ਸੀਗੇ ਜਿਹੜੇ ਕਿਸੇ ਪ੍ਰਾਈਵੇਟ ਕੋਠੀ 10 ਸੈਕਟਰ ਬੈਠਦੇ ਸੀਗੇ। ਉਸ ਤੋਂ ਬਾਅਦ ਐਡਵਾਈਜ਼ਰੀ ਬੋਰਡ ਹਾਈ ਕੋਰਟ ਵੀ ਸਿਟਿੰਗ ਜੱਜ ਦਾ ਵੀ ਰਿਹਾ। ਸੋ ਇਹ ਐਕਟ ਦੇ ਵਿੱਚ ਲਿਖਿਆ ਜਾਂ ਸਿਟਿੰਗ ਜੱਜ ਹੋਏਗਾ ਜਾਂ ਰਿਟਾਇਰਡ ਜੱਜ ਹੋਏਗਾ। ਤੇ ਡਿਸਾਈਡ ਕੌਣ ਕਰੇਗਾ ਵੀ ਸਿਟਿੰਗ? ਇਹ ਗਵਰਨਮੈਂਟ ਡਿਸਾਈਡ ਕਰ ਸਕਦੀ ਹੈ ਨਾ, ਗਵਰਨਮੈਂਟ ਡਿਸਾਈਡ ਕਰ ਸਕਦੀ ਹੈ। ਸਪੋਜ਼ ਗਵਰਨਮੈਂਟ ਹਾਈ ਕੋਰਟ ਨੂੰ ਲਿਖੇ ਤੇ ਚੀਫ ਜਸਟਿਸ ਵੀ ਕਹਿ ਸਕਦਾ ਜੀ ਕਿ ਸਾਡੇ ਕੋਲ ਸਿਟਿੰਗ ਜੱਜ ਅਵੇਲੇਬਲ ਨਹੀਂ ਹੈ, ਤੁਸੀਂ ਰਿਟਾਇਰਡ ਰੱਖ ਲਓ। ਇਹ ਸਰਕਾਰ ਤੇ ਜੁਡੀਸ਼ਰੀ ਦੇ ਵਿੱਚ ਹੈ, ਬਟ ਹੋਣਾ ਉਹ ਸਿਟਿੰਗ ਜਾਂ ਰਿਟਾਇਰਡ ਹਾਈ ਕੋਰਟ ਜੱਜ ਜਿਹੜਾ ਹੈਡ ਕਰੇਗਾ ਐਡਵਾਈਜ਼ਰੀ ਬੋਰਡ ਨੂੰ, 2 ਹੋਰ ਮੈਂਬਰ ਹੋਣਗੇ। ਫਿਰ ਉਸ ਤੋਂ ਬਾਅਦ ਜੇ ਉਹ ਅਪਰੂਵ ਕਰ ਦਿੰਦੇ ਨੇ, ਕਈ ਅਸੀਂ ਕੇਸਿਸ ਕੀਤੇ ਨੇ ਜਿਹਦੇ ਵਿੱਚ 3 ਮਹੀਨੇ 'ਚ ਬੰਦਾ ਰਿਹਾ ਹੋ ਜਾਂਦਾ, ਕਿਉਂਕਿ ਗਰਾਊਂਡਸ ਆਫ ਡਿਟੈਂਸ਼ਨ ਜਦੋਂ ਆਉਂਦੀਆਂ, ਜੇ ਉਹ ਡਿਟੈਂਸ਼ਨ ਗਰਾਊਂਡ ਦੀਆਂ ਕਾਨੂੰਨ ਮੁਤਾਬਿਕ ਨਹੀਂ ਹੈ ਤੇ 3 ਮਹੀਨੇ 'ਚ ਬੰਦਾ ਬਾਹਰ ਆ ਸਕਦਾ। ਜੇ ਐਡਵਾਈਜ਼ਰੀ ਬੋਰਡ ਅਪਰੂਵ ਕਰ ਦੇ ਤੇ ਫਿਰ ਜਿਹੜਾ 1 ਸਾਲ ਤੱਕ ਬੰਦਾ ਅੰਦਰ ਰਹਿ ਸਕਦਾ। 1 ਸਾਲ? ਹਾਂ, ਪਰ ਡਿਟੈਂਸ਼ਨ ਜਿਹੜੀ ਹੈਗੀ ਹੈ ਉਹ ਚੈਲੰਜੇਬਲ ਹੈਗੀ ਹੈ। ਹਾਈ ਕੋਰਟ ਵਿੱਚ ਹੇਬੀਅਸ ਕਾਰਪਸ ਪਟੀਸ਼ਨ ਫਾਈਲ ਹੁੰਦੀ ਹੈ। ਅਸੀਂ 1988 ਵਿੱਚ ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਕਈ ਬੰਦੇ ਅੰਦਰ ਗਏ ਸੀਗੇ। ਦਰਜਨਾਂ ਦਾ ਕੇਸ ਮੈਂ ਕੀਤੇ ਨੇ ਜਿਨ੍ਹਾਂ ਵਿੱਚ ਹਾਈ ਕੋਰਟ ਨੇ ਕੁਐਸ਼ ਕੀਤੀਆਂ ਨੇ, ਬਟ ਉਹ ਦੇਖਣਾ ਪੈਂਦਾ ਵੀ ਕਿਸ ਗਰਾਊਂਡ ਦੇ ਉੱਤੇ ਕੀਤਾ ਹੈ। ਉਹ ਤਾਂ ਉਦੋਂ ਹੀ ਪਤਾ ਚੱਲੇਗਾ ਜਦੋਂ ਮਟੀਰੀਅਲ ਸਾਡੇ ਸਾਹਮਣੇ ਆਏਗਾ। ਇਹਦਾ ਸੈਕਸ਼ਨ 3 ਹੈ, ਕਿਆ ਉਸ ਦੇ ਅੰਡਰ ਅੰਮ੍ਰਿਤਪਾਲ ਦੀ ਡਿਟੈਂਸ਼ਨ ਹੈ ਸੈਕਸ਼ਨ 3 ਐਨਐਸ ਐਕਟ ਹੋ ਸਕਦੀ ਹੈ? ਨਹੀਂ, ਬਿਲਕੁਲ ਹੋ ਸਕਦੀ ਹੈ, ਪਰ ਮਟੀਰੀਅਲ ਸਾਡੇ ਅੱਗੇ ਨਹੀਂ ਹੈ। ਹੁਣ ਜਿਸ ਤਰ੍ਹਾਂ ਦੀ ਕਹਾਣੀ ਅਖਬਾਰਾਂ 'ਚ ਆ ਰਹੀ ਹੈ ਜਾਂ ਨਿਊਜ਼ਪੇਪਰ 'ਚ ਆ ਰਹੀ ਹੈ ਵੀ ਉਹ ਜੀ ਇੱਕ ਫੋਰਸ ਬਣਾ ਰਿਹਾ ਸੀਗਾ, ਉਹ ਸਾਰੀ ਗੱਲਾਂ ਮੈਨੂੰ ਲੱਗਦੀਆਂ ਉਹ ਗਰਾਊਂਡ ਆਫ ਡਿਟੈਂਸ਼ਨ ਦੇ ਵਿੱਚ ਹੋਣਗੀਆਂ, ਕਿਉਂਕਿ ਜਿਹੜੀਆਂ ਸਟੋਰੀਜ਼ ਲੀਕ ਕਰ ਰਹੀਆਂ ਜੀ ਤੇ ਵੀ ਬਾਹਰੋਂ ਹਵਾਲੇ ਤੋਂ ਪੈਸੇ ਆ ਰਹੇ ਸੀਗੇ, ਉਹ ਇੱਕ ਆਰਮੀ ਕ੍ਰੀਏਟ ਕਰ ਰਿਹਾ ਸੀਗਾ, ਉਹਦੇ ਕੋਲੋਂ ਇਲੀਗਲ ਹਥਿਆਰ ਮਿਲੇ ਨੇ, ਇਹੀ ਗਰਾਊਂਡ ਆਫ ਡਿਟੈਂਸ਼ਨ 'ਚ ਕੱਲ ਨੂੰ ਪੈਣਗੀਆਂ। ਇਹ ਪੁਲਿਸ ਫੋਰਸ ਕਰ ਸਕਦੀ ਹੈ ਅੰਡਰ ਸੈਕਸ਼ਨ 3? ਨਹੀਂ, ਇਹ ਮੈਨੂੰ ਲੱਗਦਾ ਹੈ ਵੀ ਉਹ ਗਰਾਊਂਡ ਬਣਾ ਰਹੀ ਹੋਏਗੀ, ਕਿਉਂਕਿ ਜਦੋਂ ਹੋਮ ਮਿਨਿਸਟਰ, ਯੂਨੀਅਨ ਹੋਮ ਮਿਨਿਸਟਰ ਨੇ ਚੀਫ ਮਿਨਿਸਟਰ ਪੰਜਾਬ ਨੂੰ ਆਪਣੇ ਕੋਲ ਸੱਦਿਆ ਦਿੱਲੀ, ਤੇ ਉਦੋਂ ਨਾਲ ਖਬਰ ਆ ਗਈ ਵੀ 10 ਕੰਪਨੀਆਂ CRPF ਦੀਆਂ ਭੇਜੀਆਂ ਜਾ ਰਹੀਆਂ, ਤਾਂ ਜਿਹੜੇ ਤਜਰਬੇਕਾਰ ਬੰਦੇ ਨੇ, ਵਕੀਲ ਨੇ, ਉਹਨਾਂ ਨੂੰ ਇਹ ਪਤਾ ਸੀਗਾ ਵੀ ਇਹ ਕੀ ਹੋਣ ਜਾ ਰਿਹਾ, ਕਿਉਂਕਿ ਉਧਰ ਮੂਵਮੈਂਟ ਵੱਧ ਰਹੀ ਸੀ। ਸੋ ਇਹ ਸਾਨੂੰ ਪਤਾ ਸੀ ਵੀ ਇਹ ਹੋਣਾ। ਹੁਣ ਦੇਖਣ ਵਾਲੀ ਗੱਲ ਹੈ ਵੀ ਜਦੋਂ ਗਰਾਊਂਡ ਆਫ ਡਿਟੈਂਸ਼ਨ ਸਰਵ ਕਰਦੇ ਨੇ, ਇੱਕ ਤਾਂ ਜ਼ਰੂਰੀ ਹੈ ਕਿ ਜਦੋਂ ਬੰਦਾ ਅਰੈਸਟ ਕਰੋ ਉਹਦੇ ਰਿਸ਼ਤੇਦਾਰ ਨੂੰ ਦੱਸਣਾ ਜ਼ਰੂਰੀ ਹੈ, ਕਿਉਂਕਿ ਕਈ ਖਬਰਾਂ ਫੈਲ ਰਹੀਆਂ ਜੀ ਕਿ ਦੱਸਣਾ ਜ਼ਰੂਰੀ ਨਹੀਂ ਹੈ ਬਈ ਕਿਉਂਕਿ ਕਿਸੇ ਅਦਾਲਤ 'ਚ ਪੇਸ਼ ਨਹੀਂ ਕਰਨਾ ਹੁੰਦਾ। ਅਦਾਲਤ 'ਚ ਭਾਵੇਂ ਪੇਸ਼ ਨਾ ਕਰਨਾ ਹੋਵੇ। DK ਬਾਸੂ ਦੀ ਜੱਜਮੈਂਟ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਜਦੋਂ ਤੁਸੀਂ ਕਿਸੇ ਨੂੰ ਅਰੈਸਟ ਕਰੋਗੇ ਉਹਦੇ ਰਿਸ਼ਤੇਦਾਰ ਨੂੰ ਇਨਫਾਰਮ ਕਰੋਗੇ। ਸੋ ਜਿਹੜੇ ਵੀ ਬੰਦੇ ਅਰੈਸਟ ਕੀਤੇ ਗਏ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਨਫਾਰਮ ਕੀਤਾ ਜਾਣਾ ਬਣਦਾ ਹੈ। ਉਹ ਭਾਵੇਂ ਅਲੱਗ ਗੱਲ ਹੈ ਵੀ ਪੁਲਿਸ ਡਰਾਮਾ ਕਰਦੇ ਜੀ ਇਹ ਉਹਨਾਂ ਨੇ ਫੋਨ ਨੰਬਰ ਦਿੱਤਾ ਸੀ ਉਹ ਤੇ ਇਨਫਾਰਮ ਕਰਤਾ, ਕੀਤਾ ਨਾ ਹੋਵੇ, ਲੇਕਿਨ ਕਾਗਜ਼ ਲੱਗਦਾ। ਪਰ ਮੇਰੇ ਸਰ ਇੱਕ ਸਵਾਲ ਪਾਰਟਿਕੂਲਰ ਹੈ ਕਿ ਸਟੇਟ ਸਰਕਾਰ ਜਾਂ ਸੈਂਟਰ ਸੈਕਸ਼ਨ 3 ਐਗਜ਼ੈਕਟ ਹੈ ਕਿ ਨਹੀਂ? ਇਸ ਤਰ੍ਹਾਂ ਤਾਂ ਮੈਨੂੰ ਵੀ ਮੂੰਹ ਜ਼ਬਾਨੀ ਯਾਦ ਨਹੀਂ, ਬੜੀ ਦੇਰ ਹੋ ਗਈ ਕੇਸ ਕੀਤਿਆਂ, ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਕਿ ਨਾ ਗਰਾਊਂਡ ਦੇ ਉੱਤੇ ਜਿਹੜਾ ਹੈਗਾ NSA ਲੱਗ ਸਕਦੀ ਹੈ। ਸੋ ਇਹ ਵੀ ਹੋ ਸਕਦਾ। ਈਵਨ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦਾ ਵੀ ਉਹਦੇ ਵਿੱਚ ਵਰਡ ਲਿਖਿਆ, ਮੈਂ ਕੱਲ ਪੜ੍ਹ ਰਿਹਾ ਸੀਗਾ ਵੀ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਸਪੋਜ਼ ਕੋਈ ਮੂਵਮੈਂਟ ਆਫ ਗ੍ਰੇਨਸ ਹੈਗੀ ਹੈ, ਕੋਈ ਰੋਕਦਾ ਹੋਵੇ ਤੇ ਉਹਦੇ 'ਚ ਵੀ ਨੈਸ਼ਨਲ ਸਿਕਿਉਰਿਟੀ ਐਕਟ ਲੱਗ ਸਕਦਾ। ਇਹਨੂੰ ਕਦੀ ਕਿਸੇ ਜ਼ਮਾਨੇ 'ਚ ਮੀਸਾ ਵੀ ਕਹਿੰਦੇ ਸੀਗੇ, ਤੁਹਾਨੂੰ ਯਾਦ ਹੋਏਗਾ ਵੀ ਜਿਹੜੇ ਆਪਣੇ ਰਹੇ ਨੇ ਲਾਲੂ ਯਾਦਵ, ਉਹਨਾਂ ਨੇ ਆਪਣੇ ਇੱਕ ਧੀ ਦਾ ਨਾਮ ਮੀਸਾ ਰੱਖਿਆ ਕਿਉਂਕਿ ਆਪ ਮੀਸਾ ਚੰਦਰ ਰਹੇ। ਸੋ ਮੀਸਾ ਤੋਂ ਬਾਅਦ ਹੀ NSA ਆਇਆ ਸੀਗਾ। ਇਹ ਅਮੈਂਡਮੈਂਟ ਵੀ ਹੋਈ ਹੈ ਇਹਦੇ 'ਚ ਮੇਰੇ ਖਿਆਲ 1984 'ਚ। ਹਾਂ, 1980 'ਚ ਤਾਂ ਐਕਟ ਨਵਾਂ ਆਇਆ, ਪਹਿਲੇ ਮੀਸਾ ਹੁੰਦਾ ਸੀਗਾ, ਫਿਰ ਇਹ ਆਇਆ ਜਿਹੜਾ ਜੰਮੂ ਕਸ਼ਮੀਰ ਹੈ ਉੱਥੇ PSA ਹੁੰਦਾ ਸੀ, ਪਬਲਿਕ ਸੇਫਟੀ ਐਕਟ, ਹੁਣ ਉੱਥੇ ਵੀ ਇਹ ਲਾਗੂ ਹੋ ਗਿਆ NSA ਜਦ ਤੋਂ ਧਾਰਾ 370 ਹਟੀ ਹੈ। ਸੋ ਨੈਸ਼ਨਲ ਸਿਕਿਉਰਿਟੀ ਐਕਟ ਸਰਕਾਰ ਸੈਂਟਰਲ ਗਵਰਨਮੈਂਟ ਵੀ ਲਗਾ ਸਕਦੀ ਹੈ, ਸਟੇਟ ਵੀ ਲਗਾ ਸਕਦੀ ਹੈ, ਦੋਨੋਂ ਲਗਾ ਸਕਦੀ ਹੈ। ਤਾਂ NSA ਲੱਗਿਆ ਤਾਂ ਫਿਰ ਦਿੱਕਤਾਂ ਹੋਰ ਵਧਣਗੀਆਂ, ਜੋ ਨਵਕਿਰਨ ਸਿੰਘ ਵੀ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਸੀ। ਬਹੁਤ ਕਲੀਅਰ ਹੈ ਕਿ ਜੇਕਰ NSA ਲੱਗ ਗਿਆ, ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ
ਕਾਰਵਾਈ ਅੰਮ੍ਰਿਤਪਾਲ ਦੇ ਉੱਤੇ ਹੋ ਰਹੀ ਹੈ। ਹਾਲਾਂਕਿ ਇਹ ਕਲੀਅਰ ਨਹੀਂ, ਕਿਉਂਕਿ ਪੁਲਿਸ ਦੇ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਇਸ ਪੂਰੇ ਮਾਮਲੇ 'ਚ ਹੁਣ ਤੱਕ ਅੰਮ੍ਰਿਤਪਾਲ ਸਿੰਘ ਫਰਾਰ ਹੈ, ਭਗੌੜਾ ਹੈ ਤੇ ਹੁਣ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਪਰ ਇਸ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਜੇਕਰ ਐਨਐਸਏ ਲੱਗਿਆ ਹੈ ਤਾਂ ਫਿਰ ਦਿੱਕਤਾਂ ਬਹੁਤ ਜ਼ਿਆਦਾ ਅੰਮ੍ਰਿਤਪਾਲ ਸਿੰਘ ਦੀਆਂ ਵਧਦੀਆਂ ਹੋਈਆਂ ਨਜ਼ਰ ਆ ਸਕਦੀਆਂ ਨੇ।